ਹੈਲੋ ਬੱਚਿਓ, ਅੱਜ ਆਪਾਂ ਪੰਜਾਬੀ ਸਾਹਿਤ ਦੇ ਇਤਿਹਾਸ ਬਾਰੇ ਗੱਲ ਕਰਾਂਗੇ। ਪੰਜਾਬੀ ਸਾਹਿਤ ਦਾ ਇਤਿਹਾਸ ਬਹੁਤ ਪੁਰਾਣਾ ਹੈ। ਲਗਭਗ 1000 ਸਾਲ ਪੁਰਾਣਾ ਸਾਨੂੰ ਪੰਜਾਬੀ ਭਾਸ਼ਾ ਦੇ ਵਿੱਚ ਲਿਖਿਆ ਜਾਣ ਵਾਲਾ ਸਾਹਿਤ ਮਿਲਦਾ ਹੈ। ਇਸ ਦੇ ਅੰਡਰ ਬਹੁਤ ਸਾਰੇ ਜਿਹੜੇ ਟੌਪਿਕਸ ਨੇ ਕਵਰ ਹੁੰਦੇ ਹੈ, ਪਰ ਆਪਾਂ ਅੱਜ ਆਪਣੇ ਇਸ ਲੈਕਚਰ ਨੂੰ ਸਿਰਫ ਕਾਲਵੰਡ ਤੱਕ, ਸਾਹਿਤ ਦੀ ਕਾਲਵੰਡ ਤੱਕ और इस दे विच मध्यकाल और इस दे मध्यकाल दीयां जिहड़ियां प्रमुख कावधारावां उन्हां तक ही सीमित रखांगे। ਸਾਹਿਤ ਦੀ ਕਾਲਵੰਡ ਤੁਹਾਡੇ ਲਈ ਨਵੀਂ ਗੱਲ ਹੈ, ਪਰ मैं इस चर्चा ਨੂੰ, इस गल ਨੂੰ सिर्फ ਤੁਹਾਡੇ 10+2 ਦੇ ਲੈਵਲ तक ही रखूँगी। मैं ਸਾਹਿਤ ਦੀ ਕਾਲਵੰਡ ਕੀ ਹੁੰਦੀ ਹੈ? ਕਿਸੇ ਭਾਸ਼ਾ ਦੇ ਸਮੁੱਚੇ ਸਾਹਿਤ ਨੂੰ, ਸਮੁੱਚਾ ਸਾਹਿਤ ਭਾਵ ਜਦੋਂ ਉਹ ਸ਼ੁਰੂ ਤੋਂ ਲਿਖਿਆ ਜਾ ਰਿਹਾ ਉਸ ਭਾਸ਼ਾ ਦੇ ਵਿੱਚ ਔਰ ਹੁਣ ਤੱਕ ਭਾਵ ਵਰਤਮਾਨ ਸਮੇਂ ਤੱਕ ਨੂੰ ਸਮਝਿਆ ਜਾਂਦਾ ਹੈ ਤੇ ਜਾਂ ਉਸ ਦਾ ਸਿਲਸਿਲੇਵਾਰ ਅਧਿਐਨ ਕੀਤਾ ਜਾਂਦਾ ਹੈ, ਤਾਂ ਉਹ ਉਸ ਭਾਸ਼ਾ ਦੇ ਸਾਹਿਤ ਦਾ ਇਤਿਹਾਸ ਬਣ ਜਾਂਦਾ ਹੈ। ਹੁਣ ਕਾਲਵੰਡ ਦੀ ਕਿਉਂ ਲੋੜ ਪੈਂਦੀ ਹੈ? ਕਿਉਂਕਿ ਬਹੁਤ ਲੰਮਾ ਸਮਾਂ ਹੋ ਜਾਂਦਾ ਹੈ ਕਿਸੇ ਭਾਸ਼ਾ ਦੇ ਵਿੱਚ ਸਾਹਿਤ ਲਿਖਿਆ ਜਾ ਰਿਹਾ ਹੁੰਦਾ ਹੈ, ਔਰ ਜਦੋਂ ਉਹਦਾ ਅਧਿਐਨ ਕੀਤਾ ਜਾਂਦਾ ਉਹਨਾਂ ਦੀਆਂ ਸਾਹਿਤਕ ਕਿਰਤਾਂ ਦਾ, ਤਾਂ ਵਿੱਚ ਪਹਿਲਾਂ ਵਾਲੀ ਕਿਰਤਾਂ ਨਾਲੋਂ ਨਵੀਆਂ ਕਿਰਤਾਂ ਦੇ ਵਿੱਚ ਕੁਝ ਚੇਂਜ ਵੇਖਣ ਨੂੰ ਮਿਲਦੀ ਹੈ, ਚਾਹੇ ਉਹ ਵਿਸ਼ੇ ਦੇ ਪੱਖ ਤੋਂ ਹੋਵੇ, ਚਾਹੇ ਉਹ ਲਿਖਤ ਦੇ ਪੱਖ ਤੋਂ ਹੋਵੇ, ਚਾਹੇ ਉਹ ਲੇਖਕ ਦੀ ਦ੍ਰਿਸ਼ਟੀਕੋਣ ਤੋਂ ਹੋਵੇ, ਹੈ ਨਾ। ਸੋ ਜਦੋਂ ਜਿੱਥੇ ਕਿਤੇ ਵੀ ਉਸ ਸਾਹਿਤ ਦੇ ਵਿੱਚ ਵੱਡਾ ਜਿਹੜਾ ਕੋਈ ਪਰਿਵਰਤਨ ਆਪਾਂ ਨੂੰ ਆਉਂਦਾ ਮਿਲਦਾ ਹੈ, ਤਾਂ ਉਸ ਪਰਿਵਰਤਨ ਕਰਕੇ ਉਸ ਸਾਹਿਤ ਨੂੰ ਉਸ ਵਿਸ਼ੇਸ਼ ਕਾਲ ਦਾ ਸਾਹਿਤ ਮਿਥ ਲਿਆ ਜਾਂਦਾ ਹੈ। ਫੋਰ ਐਗਜ਼ਾਮਪਲ ਮੈਂ ਸੱਤਾ ਪਰਿਵਰਤਨ ਦੀ ਗੱਲ ਕਰੂੰਗੀ। ਹੁਣ ਪੰਜਾਬੀ ਸਮਾਜ ਦੇ ਵਿੱਚ ਤੁਸੀਂ ਹਿਸਟਰੀ ਪੜ੍ਹ ਕੇ ਆਏ ਹੋ, ਅਸੀਂ ਕਾਫੀ ਲੰਮਾ ਸਮਾਂ ਅਸੀਂ ਗੁਲਾਮੀ ਦੇ ਦੌਰ ਵਿੱਚ ਰਹੇ ਹਾਂ। ਮੁਗਲ ਸਾਮਰਾਜ ਸੀਗਾ, ਉਸ ਤੋਂ ਬਾਅਦ ਸਿੱਖ ਰਾਜ ਕਾਲ ਆਇਆ ਹੈ, ਉਸ ਤੋਂ ਬਾਅਦ ਅੰਗਰੇਜ਼ਾਂ ਦੇ ਅਧੀਨ ਅਸੀਂ ਆਏ ਹਾਂ, ਫਿਰ 1947 ਦੇ ਵਿੱਚ ਸਾਨੂੰ ਆਜ਼ਾਦੀ ਮਿਲੀ ਹੈ। ਸੋ ਜਿਵੇਂ ਜਿਵੇਂ ਚੇਂਜ ਆਈ ਹੈ ਸੱਤਾ ਦੇ ਵਿੱਚ, ਉਵੇਂ ਉਵੇਂ ਹੀ ਸਾਹਿਤ ਦੇ ਵਿੱਚ ਵੀ ਸਾਨੂੰ ਚੇਂਜ ਮਿਲਦੀ ਹੈ, ਉਹਨਾਂ ਲਿਖਤਾਂ ਦੇ ਵਿੱਚ ਵੀ। ਸੋ ਕਾਲ ਕੀ ਹੈ? ਕਾਲ ਤੋਂ ਭਾਵ ਹੈ ਸਮਾਂ। ਬੜੇ ਸੌਖੇ ਸ਼ਬਦਾਂ ਦੇ ਵਿੱਚ ਗੱਲ ਕਰ ਰਹੀ ਹਾਂ। ਸਮਾਂ ਯਾਨੀ ਸਮੁੱਚੇ ਸਾਹਿਤ ਨੂੰ, ਸਾਰੇ ਦੇ ਸਾਰੇ ਸਾਹਿਤ ਨੂੰ ਜਦੋਂ ਅਸੀਂ ਕਾਲਾਂ ਦੇ ਵਿੱਚ ਵੰਡ ਲੈਂਦੇ ਹਾਂ ਤਾਂ ਉਸ ਨੂੰ ਅਸੀਂ ਸਾਹਿਤ ਦੀ ਕਾਲਵੰਡ ਕਹਿ ਲੈਂਦੇ ਹਾਂ। ਹਾਂਜੀ, ਪੰਜਾਬੀ ਸਾਹਿਤ ਦੀ ਕਾਲਵੰਡ। ਪੰਜਾਬੀ ਸਾਹਿਤ ਨੂੰ ਮੁੱਖ ਤੌਰ ਤੇ ਦੋ ਕਾਲਾਂ ਦੇ ਵਿੱਚ ਵੰਡਿਆ ਗਿਆ ਹੈ। ਇੱਕ ਹੈ ਮੱਧਕਾਲ ਔਰ ਇੱਕ ਹੈ ਆਧੁਨਿਕ ਕਾਲ। ਠੀਕ ਹੈ। ਹੁਣ ਕਿਸ ਕਾਰਨ ਕਰਕੇ ਇਸ ਨੂੰ ਮੱਧਕਾਲ ਕਿਹਾ ਜਾਂਦਾ ਹੈ, ਕਿਸ ਕਾਰਨ ਕਰਕੇ ਇਸ ਨੂੰ ਆਧੁਨਿਕ ਕਾਲ ਕਿਹਾ ਜਾਂਦਾ ਹੈ, ਇਹਦੇ ਜਿਹੜੇ ਆਧਾਰ ਹੈ ਉਹ ਵੱਖੋ ਵੱਖਰੇ ਹੈ, ਜਿਹਦੇ ਡਿਟੇਲ ਆਪਾਂ ਇੱਥੇ ਨਹੀਂ ਕਰਾਂਗੇ। ਪੰਜਾਬੀ ਦੇ ਜਿਹੜੇ ਸਾਹਿਤਕਾਰ ਹੈ ਜਿੰਨੇ ਵੀ, ਉਹਨਾਂ ਨੇ ਆਪਣੇ ਆਪਣੇ ਵੱਖ-ਵੱਖ ਅਨੁਭਵਾਂ ਦੇ ਆਧਾਰ ਤੇ ਕਾਲਾਂ ਦਾ ਨਾਮ ਰੱਖਿਆ ਹੈ ਔਰ ਸਮਾਂ ਸੀਮਾ ਤੈਅ ਕੀਤੀ ਹੈ। ਜਿਵੇਂ ਮੱਧਕਾਲ ਦੇ ਵਿੱਚ ਕਈ ਮੁਗਲ ਸਾਮਰਾਜ ਦੇ ਨਾਮ ਦੇ ਉੱਪਰ ਕਾਲਵੰਡ ਕਰਦੇ ਹੈ, ਕਈ ਗੁਰੂ ਨਾਨਕ ਦੇ ਨਾਮ ਉੱਪਰ ਕਾਲਵੰਡ ਕਰਦੇ ਹੈ। ਪੂਰਵ ਨਾਨਕ ਕਾਲ, ਉੱਤਰ ਨਾਨਕ ਕਾਲ, ਪੂਰਵ ਮੁਗਲ ਕਾਲ, ਉੱਤਰ ਮੁਗਲ ਕਾਲ, ਸਿੱਖ ਰਾਜ ਕਾਲ। ਸੋ ਜਿਵੇਂ ਜਿਵੇਂ ਇਤਿਹਾਸਕਾਰ ਦਾ ਅਨੁਭਵ, ਉਵੇਂ ਉਵੇਂ ਉਹਨਾਂ ਨੇ ਉਹਨਾਂ ਦੇ ਨਾਮ ਰੱਖੇ ਤੇ ਉਹਨਾਂ ਦੀ ਸਮਾਂ ਸੀਮਾ ਤੈਅ ਕੀਤੀ। ਹੁਣ ਮੈਂ ਇੱਥੇ ਇੱਕ ਛੋਟੀ ਜਿਹੀ ਤੁਹਾਨੂੰ ਸਾਹਿਤ ਦੀ ਜਿਹੜੀ ਕਾਲ ਕ੍ਰਮਿਕ ਸਮਝ ਹੈ, ਮੈਂ ਉਹ ਚਾਹੁੰਦੀ ਹਾਂ ਕਿ ਤੁਹਾਡੀ ਡਿਵੈਲਪ ਹੋਵੇ ਕਿ ਕਿੱਥੋਂ ਪਿੱਛੇ ਜਾਂਦੇ ਹਾਂ ਆਪਾਂ, ਕਿਸ ਸਮੇਂ ਤੱਕ ਆਪਾਂ ਨੂੰ ਪਹੁੰਚਣਾ ਪਊਗਾ ਟਾਈਮ ਲਾਈਨ ਦੇ ਵਿੱਚ, ਜੇ ਆਪਾਂ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਸਮਝਣਾ ਤਾਂ। ਜਿਵੇਂ ਆਪਾਂ ਹੁਣ 2020 ਦੇ ਵਿੱਚ ਬੈਠੇ ਹੋਏ ਹਾਂ। ਇਸ ਤੋਂ ਪਹਿਲਾਂ ਇੱਕ ਸਾਲ ਜਿਹੜਾ ਤੁਸੀਂ ਸਾਰੇ ਜਾਣਦੇ ਹੋ, 1947 ਦੇ ਵਿੱਚ ਭਾਰਤ ਨੂੰ ਆਜ਼ਾਦੀ ਮਿਲੀ ਹੈ। ਫਿਰ ਉਸ ਤੋਂ ਪਹਿਲਾਂ 1849 ਦੇ ਵਿੱਚ ਜਿਹੜਾ ਪੰਜਾਬ ਹੈ ਉਹ ਅੰਗਰੇਜ਼ਾਂ ਦੇ ਕਬਜ਼ੇ ਦੇ ਅਧੀਨ ਆ ਜਾਂਦਾ ਹੈ। ਹੁਣ 1849 ਨੂੰ ਅਸੀਂ 1850 ਦਾ ਇੱਕ ਰਾਊਂਡ ਫਿਗਰ ਦੇ ਦਿੰਦੇ ਹਾਂ। ਉਸ ਤੋਂ ਹੋਰ ਪਿੱਛੇ ਜਾਈਏ ਅਸੀਂ ਤਾਂ 1799 ਦੇ ਵਿੱਚ ਜਿਹੜੀ ਸਾਡੇ ਪੰਜਾਬ ਦੇ ਵਿੱਚ ਸਿੱਖ ਰਾਜ ਦੀ ਜਿਹੜੀ ਸਥਾਪਨਾ ਉਹ ਹੋ ਜਾਂਦੀ ਮਿਲਦੀ ਹੈ ਸਾਨੂੰ। ਉਸ ਤੋਂ ਹੋਰ ਪਿੱਛੇ ਜਾਈਏ 1699 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਹੁੰਦੀ ਹੈ। ਉਸ ਤੋਂ ਹੋਰ ਥੋੜ੍ਹਾ ਪਿੱਛੇ ਜਾਈਏ 1604
ਦੇ ਵਿੱਚ ਸਾਡੇ ਗੁਰੂ ਗ੍ਰੰਥ ਸਾਹਿਬ ਆਦਿ ਗ੍ਰੰਥ ਦੀ ਜਿਹੜੀ ਸੰਪਾਦਨਾ ਹੈ ਉਹ ਮੁਕੰਮਲ ਹੁੰਦੀ ਹੈ। ਇਸ ਤੋਂ ਬਾਅਦ 1469 ਗੁਰੂ ਨਾਨਕ ਦੇਵ ਜੀ ਦਾ ਜਨਮ ਵਰ੍ਹਾ ਹੈ। ਔਰ ਉਸ ਤੋਂ ਪਿੱਛੇ ਜਾਈਏ 1173 ਫਰੀਦ ਜੀ। ਇਹਦੇ ਵਿੱਚ ਮੇਰੇ ਖਿਆਲ ਨਾਲ 1173 ਜਿਹੜਾ ਸਮਾਂ ਹੈ, ਸਾਲ ਹੈ, ਈਸਵੀ ਹੈ, ਉਹ ਤੁਹਾਡੇ ਲਈ ਨਵੀਂ ਹੈ। ਕਿਉਂਕਿ ਇਹਨੂੰ ਖਾਸ ਮੈਂਸ਼ਨ ਤਾਂ ਕਰ ਰਹੇ ਕਿਉਂਕਿ ਫਰੀਦ ਜੀ ਸਾਡੇ ਜਿਹੜੇ ਪੰਜਾਬੀ ਸਾਹਿਤ ਦੇ ਪਹਿਲੇ ਜਿਹੜੇ ਅਸੀਂ ਕਵੀ ਮੰਨਦੇ ਹਾਂ। ਉਸ ਤੋਂ ਪਿੱਛੇ ਜਾਈਏ 800-900 ਈਸਵੀ ਦਾ ਸਮਾਂ। ਇਹ ਸਮਾਂ ਮੰਨਦੇ ਹੈ ਕਿ ਇਹ ਸਮੇਂ ਦੇ ਵਿੱਚ 800-900 ਯਾਨੀ ਕਿ ਅੱਜ ਹੁਣ ਤੋਂ 1200-1300 ਸਾਲ 1100-1200 ਸਾਲ ਪਹਿਲਾਂ ਦੀ ਗੱਲ ਹੈ ਕਿ ਪੰਜਾਬੀ ਭਾਸ਼ਾ ਜਿਹੜੀ ਸੀ ਉਹ ਆਪਣਾ ਸਾਹਿਤਿਕ ਮੁਹਾਵਰਾ ਜਿਹੜਾ ਸੀ ਉਹ ਵਿਕਸਿਤ ਕਰ ਚੁੱਕੀ ਸੀ। ਮਤਲਬ ਪੰਜਾਬੀ ਭਾਸ਼ਾ ਦੇ ਵਿੱਚ ਸਾਹਿਤ ਲਿਖਿਆ ਜਾਣਾ ਸ਼ੁਰੂ ਹੋ ਗਿਆ ਸੀ। ਫਰੀਦ ਜੀ ਤੋਂ ਪਹਿਲਾਂ ਸਾਨੂੰ ਜਿਹੜੀਆਂ ਨਾਥ ਜੋਗੀ ਦੀਆਂ ਨਾਥਾ ਜੋਗੀ ਦੀਆਂ ਰਚਨਾਵਾਂ ਮਿਲਦੀਆਂ ਨੇ, ਜਿਹੜੀਆਂ ਆਪਣੇ ਸਿਲੇਬਸ ਦੇ ਵਿੱਚ ਨਹੀਂ ਹੈ, ਮਿਲਦੀਆਂ ਨੇ। ਮੰਨਦੇ ਹੈ ਕਿ ਕੰਟਰੋਵਰਸ਼ੀਅਲ ਗੱਲ ਹੈ, ਪਰ ਮੰਨਦੇ ਹੈ ਕਿ ਉਹ ਪੰਜਾਬੀ ਦੀਆਂ ਪਹਿਲੀਆਂ ਲਿਖਤਾਂ ਨੇ। ਸੋ ਫਰੀਦ ਜੀ ਦੇ ਜਨਮ ਤੋਂ ਅਸੀਂ ਫਰੀਦ ਜੀ ਦੇ ਲਿਖਤਾਂ ਤੋਂ ਅਸੀਂ ਮੰਨਦੇ ਹਾਂ ਕਿ ਪੰਜਾਬੀ ਸਾਹਿਤ ਜਿਹੜਾ ਸਾਡਾ ਸ਼ੁਰੂ ਹੁੰਦਾ ਹੈ। ਹੁਣ ਧਿਆਨ ਰੱਖਿਓ ਕਿ ਇਹ ਜਿਹੜੀ ਕਾਲ ਕ੍ਰਮਿਕ ਸਮਝ ਹੈ, ਮੈਂ ਨੈਕਸਟ ਸਲਾਈਡ ਦੇ ਵਿੱਚ ਇਹ ਐਰੋਜ਼ ਚੇਂਜ ਹੋ ਜਾਣਗੇ। ਸੋ ਹੁਣ ਇੱਧਰ ਤੋਂ ਸ਼ੁਰੂ ਕਰਦੇ ਹਾਂ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਆਧੁਨਿਕ ਜਿਹੜਾ ਸਰੂਪ ਹੈ ਉਹ 800-900 ਈਸਵੀ ਦੇ ਵਿੱਚ ਸਾਨੂੰ ਪੂਰਾ ਵਿਕਸਿਤ ਹੋ ਗਿਆ ਮਿਲਦਾ ਹੈ। ਉਸ ਸਮੇਂ ਦੀਆਂ ਕਿੱਥੋਂ ਮਿਲਦਾ ਹੈ? ਨਾਥਾਂ ਜੋਗੀਆਂ ਦੀਆਂ ਰਚਨਾਵਾਂ ਮਿਲਦੀਆਂ ਪੰਜਾਬੀ ਦੇ ਵਿੱਚ ਸਾਨੂੰ ਲਿਖੀਆਂ ਹੋਈਆਂ। ਹਾਂਜੀ, ਉਸ ਤੋਂ ਬਾਅਦ 1173 ਦੇ ਵਿੱਚ ਫਰੀਦ ਜੀ ਦਾ ਜਨਮ ਹੁੰਦਾ ਹੈ। 1173 ਤੋਂ ਫਰੀਦ ਜੀ ਪਹਿਲੇ ਸਾਡੇ ਪੰਜਾਬੀ ਦੇ ਕਵੀ ਮੰਨੇ ਜਾਂਦੇ ਹੈ, ਸੂਫੀ ਕਵੀ ਵੀ ਤੇ ਪੰਜਾਬੀ ਭਾਸ਼ਾ ਦੇ ਕਵੀ ਵੀ, ਪ੍ਰਮਾਣਿਕ ਕਵੀ। ਉਸ ਤੋਂ ਬਾਅਦ 1469 ਗੁਰੂ ਨਾਨਕ ਦੇਵ ਜੀ ਦਾ ਜਨਮ ਹੈ। 1500 ਦੇ ਨੇੜੇ ਤੇੜੇ ਇਹਨਾਂ ਦੀ ਰਚਨਾਵਾਂ ਸਾਨੂੰ ਮਿਲਦੀਆਂ ਨੇ। ਔਰ ਗੁਰੂ ਨਾਨਕ ਦੇਵ ਜੀ ਸਾਡੇ ਦੂਜੇ ਜਿਹੜੇ ਸਭ ਤੋਂ ਵੱਡੇ ਕਵੀ ਤਾਂ ਹਨ ਹੀ, ਪਰ ਪੰਜਾਬੀ ਸਾਹਿਤ ਦੇ ਜਿਹੜੇ ਦੂਸਰੇ ਕਵੀ ਆ ਉਹ ਗੁਰੂ ਨਾਨਕ ਦੇਵ ਜੀ ਹੈ। ਉਸ ਤੋਂ ਬਾਅਦ 1604 ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਪੰਜਾਬੀ ਭਾਸ਼ਾ ਦੇ ਵਿੱਚ ਪ੍ਰਾਪਤੀ ਸਾਨੂੰ ਮਿਲਦੀ ਹੈ, ਉਹ ਹੈ ਆਦਿ ਗ੍ਰੰਥ ਦੀ ਸੰਪਾਦਨਾ। ਆਦਿ ਗ੍ਰੰਥ ਦੀ ਸੰਪਾਦਨਾ ਹੁੰਦੀ ਹੈ ਔਰ ਇਹ ਵਿਸ਼ਵ ਦਾ ਪਹਿਲਾ ਗ੍ਰੰਥ, ਪ੍ਰਮਾਣਿਕ ਗ੍ਰੰਥ ਮਿਲਦਾ ਹੈ ਜਿਹਦੇ ਵਿੱਚ ਲੇਖਕਾਂ ਦੀ ਵੀ ਜਾਣਕਾਰੀ ਹੈ, ਉਹਨਾਂ ਦੀਆਂ ਆਥੈਂਟਿਕ ਰਚਨਾਵਾਂ, ਉਹਨਾਂ ਦੀ ਆਪਣੀਆਂ ਲਿਖੀਆਂ ਹੋਈਆਂ ਰਚਨਾਵਾਂ ਇਹਦੇ ਵਿੱਚ ਸੰਪਾਦਿਤ ਹੁੰਦੀਆਂ ਮਿਲਦੀਆਂ ਹਨ। 1699 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਦੇ ਨਾਲ ਸਿੱਖ ਰਾਜ ਦੀਆਂ ਜਿਹੜੀਆਂ ਨੀਹਾਂ ਉਹ ਪਰਪੱਕ ਹੁੰਦੀਆਂ ਹਨ ਤੇ ਲਗਭਗ 100 ਸਾਲ ਬਾਅਦ 1799 ਦੇ ਵਿੱਚ 1800 ਦੇ ਰਾਉਂਡ ਫਿਗਰ ਦੇ ਵਿੱਚ ਸਿੱਖ ਰਾਜ ਦੀ ਸਥਾਪਨਾ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਪਹਿਲੇ ਸਿੱਖ ਜਿਹੜੇ ਰਾਜਾ ਜਿਹੜੇ ਪੰਜਾਬ ਦੇ ਉੱਤੇ ਰਾਜ ਕਰਦੇ ਨੇ। ਉਸ ਤੋਂ ਬਾਅਦ ਉਹਨਾਂ ਦੀ ਮੌਤ ਉਪਰੰਤ 1849 ਈਸਵੀ ਦੇ ਵਿੱਚ 1849 ਦੇ ਵਿੱਚ ਜਦੋਂ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਮੌਤ ਹੁੰਦੀ ਹੈ ਤਾਂ 10 ਸਾਲ ਬਾਅਦ ਲਗਭਗ 1849 ਦੇ ਵਿੱਚ ਜਿਹੜਾ ਪੰਜਾਬ ਅੰਗਰੇਜ਼ਾਂ ਦੇ ਅਧੀਨ ਆ ਜਾਂਦਾ ਹੈ। ਸੋ ਕਿਉਂਕਿ ਸਾਡਾ ਜਿਹੜਾ ਕਬਜ਼ਾ ਹੈ ਉਹ ਬਦਲ ਜਾਂਦਾ ਹੈ, ਕਿਸੇ ਹੋਰ ਦੇ ਅਧੀਨ ਆ ਜਾਂਦਾ, ਸੋ ਸਾਡੀ ਸਾਹਿਤ ਪ੍ਰਤੀ ਜਿਹੜੀ ਸਮਝ ਹੈ, ਸਾਹਿਤ ਪ੍ਰਤੀ ਜਿਹੜਾ ਦ੍ਰਿਸ਼ਟੀਕੋਣ ਹੈ ਉਹ ਵੀ ਬਦਲਦਾ ਹੈ। ਫਿਰ 1947 ਦੇ ਵਿੱਚ ਭਾਰਤ ਦੀ ਆਜ਼ਾਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਹੁਣ ਤੱਕ ਅਸੀਂ 2020 ਕਰੋਨਾ ਵਾਇਰਸ ਕਰਕੇ ਅਸੀਂ ਲਾਕਡਾਊਨ ਦੇ ਵਿੱਚ ਬੈਠੇ ਹੋਏ ਹਾਂ। ਹਾਂਜੀ, ਇਹ ਹੈ ਪੰਜਾਬੀ ਸਾਹਿਤ ਤੇ ਮੱਧਕਾਲ। ਸੋ ਸਾਡਾ ਮੱਧਕਾਲ ਦਾ ਜਿਹੜਾ ਸਮਾਂ ਹੈ ਉਹ 800-900 ਈਸਵੀ ਤੋਂ ਸ਼ੁਰੂ ਹੁੰਦਾ ਹੈ, ਜਦੋਂ ਪੰਜਾਬੀ ਭਾਸ਼ਾ ਆਪਣਾ ਸਾਹਿਤਿਕ ਮੁਹਾਵਰਾ ਵਿਕਸਿਤ ਕਰ ਚੁੱਕੀ ਸੀ। ਨਾਥਾਂ ਜੋਗੀਆਂ ਦੀਆਂ ਰਚਨਾਵਾਂ ਸਾਨੂੰ ਇਹਦੇ ਵਿੱਚ ਮਿਲਦੀਆਂ ਹਨ। ਫਿਰ 1173 ਤੋਂ 1266 ਇਹ ਹੈ ਜੀਵਨ ਦਾ ਸਮਾਂ ਹੈ ਫਰੀਦ ਜੀ ਦਾ। ਪਹਿਲੇ ਸਾਡੇ ਸੂਫੀ ਕਵੀ ਮਿਲਦੇ ਆ ਸਾਨੂੰ, ਉਹਨਾਂ ਦੀ ਸਾਨੂੰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਆਦਿ ਗ੍ਰੰਥ ਦੇ ਵਿੱਚ ਸਾਨੂੰ ਮਿਲਦੀ ਹੈ ਇਹਨਾਂ ਦੀਆਂ ਰਚਨਾਵਾਂ, ਉਹ ਹੈ ਸ਼ਲੋਕ ਨੇ ਤੇ ਸ਼ਬਦ ਨੇ। ਇਹਨਾਂ ਦੀ ਭਾਸ਼ਾ ਪੰਜਾਬੀ ਹੈ ਤੇ ਇਹਨਾਂ ਦੇ ਨਾਲ ਹੀ ਸਾਡੀ ਜਿਹੜੀ ਸੂਫੀ ਕਾਵ ਹੈ ਉਹ ਸ਼ੁਰੂ ਹੋ ਜਾਂਦਾ ਹੈ।
यानी पंजाब सूफी कविता के पहले कवि हुए हैं। फिर 1469 तो 1539 का समा है, ये गुरु नानक देव जी के जीवन काल का समा है। इन्हां दीआं रचनावां दे नाल गुरमत काव्य की साडी शुरुआत हुंदी है। 1604 ईस्वी दे विच आदि ग्रंथ की संपादना हुंदी है। ये किसी भी भाषा दे विच संपादित होने वाला दुनिया का पहला ग्रंथ है। ग्रंथ की स्पैलिंग गलत है। इस समय दौरान जदों संपादना हो रही सी गुरु अर्जन देव जी के समय के दौरान ही दमोदर होया है। दमोदर के किस्से हीर नाल जिहड़ा किस्सा काव्य की साडी जिहड़ी शुरुआत है वो हुंदी है। 1699 ईस्वी खालसा पंथ की स्थापना हुंदी है और गुरु गोबिंद सिंह जी ने इस समय एक बहुत ही जवाब जिहड़ी रचना रची है, बेमिसाल चंडी दी वार। चंडी दी वार नाल साडे कोले वीर काव्य की शुरुआत हुंदी है। भावें साडे कोले वारां 9 वारां लोक वारां मिलदियां हन इस तो पहलां वाले समय दे विच, पर वीर रसी जिहड़ी काव्य हैगा वो चंडी दी वार दे नाल ही शुरू हुंदा है। उस तो बाद 1799 वेले सिख राज की स्थापना हुंदी है ते 1849 दे विच जिहड़ा पंजाब अंग्रेज़ां दे कब्जे दे अधीन होंदा है ते 1850 दे राउंड फिगर दे नाल 1850 ईस्वी तो असी कहंदे है कि आधुनिक जिहड़ा पंजाबी साहित्य दा आधुनिक जिहड़ा समा है वो शुरू हुंदा है, जिहड़ा कि तुसीं 10+1 दे विच पढ़ के आए हो। सो मध्यकाल का समा मिथ्या जाता है 800-900 ईस्वी तो लैके 1850 तक का। ये ने जी मध्यकाल दियां प्रमुख काव्यधारावां ते उसदे कवि। पहले लेक्चर च भी आपां इन्हां बारे गल कीती सी। सूफी काव्य है, सूफी काव्य दे विच फरीद जी ने, वजीर जी ने, शाह हुसैन है, सुल्तान बाहू है, बुल्ले शाह है और हाशिम शाह है और ख्वाजा गुलाम फरीद है, जिहड़े असीं आपां 10+2 दी इलैक्टिव दे सिलेबस दे विच पढ़ांगे। उस बाद गुरमत काव्य दे जिहड़े कवि आपां पढ़ांगे वो है गुरु नानक देव जी, गुरु अंगद देव जी, गुरु अमरदास जी, गुरु रामदास जी, गुरु अर्जन देव जी, भाई गुरदास जी ते गुरु तेग बहादुर जी। उस बाद किस्सा कवि जिहड़े असीं पढ़ांगे वो है, हुण आपां दमोदर नहीं पढ़ांगे, इहदे विच पीलू साडा पंजाबी किस्सा काव्य का दूजा कवि होया है। हाफिज बरखुरदार, वारिस शाह और कादरियार। और वीर काव्य दे विच गुरु गोबिंद सिंह जी की चंडी दी वार का कुछ अंश पढ़ांगे, नजाबत दी वार और शाह मुहम्मद दी वार। सो ये सी मध्यकाल बारे कुछ मोटियां मोटियां जिहियां गल्लां जिहड़ियां तुहानूं पता होणीआं चाहीदियां हन। ते असीं अपनी पोइट्री दी बुक दे विच जो असीं पढ़नियां काव्यधारावां उन्हां बारे थोड़ी जी इंट्रोडक्शन। सो बेटे प्लीज़ ख्याल रखो अपना और अपनी पढ़ाई ते भी थोड़ा जा ध्यान रखो। थैंक यू।